ਅਸਲਾਮ ਵਾਲੇਕੁਮ, ਜੁਮਾ ਮੁਬਾਰਕ। ਹਾਂਜੀ, ਕੀ ਹਾਲ ਨੇ ਸਾਰਿਆਂ ਦੇ। ਅੱਜ ਦੀਆਂ ਦੋ ਗੱਲਾਂ ਜੀ ਆਪਣੇ ਦੋਸਤਾਂ ਭਰਾਵਾਂ ਲਈ ਕਿ ਜਿਹੜੇ ਸਿਰਫ ਐਨ ਟਾਈਮ ਜੁਮੇ ਦੇ ਟਾਈਮ ਜਿਸ ਟਾਈਮ ਉਹ ਖੁਤਬਾ ਵੀ ਐਂਡ ਹੋ ਜਾਂਦਾ ਭੱਜ ਕੇ ਮਸਜਿਦ ਦਾਖਲ ਹੋ ਰਹੇ ਹੁੰਦੇ ਨੇ ਨਮਾਜ਼ ਜੁਮਾ ਲਈ ਕਿ ਥੋੜ੍ਹਾ ਜਿਹਾ ਪਹਿਲੇ ਵੀ ਮਿਹਰਬਾਨੀ ਕਰਕੇ ਆ ਜਾਇਆ ਕਰੋ ਕਿ ਤੁਸੀਂ ਖੁਤਬਾ ਵੀ ਨਾਲ ਸੁਣ ਲਿਆ ਕਰੋ ਕਿ ਉਸ ਖੁਤਬੇ ਦੀ ਕਿਤਨੀ ਇੱਕ ਅਹਿਮੀਅਤ ਹੈ ਕਿ ਤੁਹਾਨੂੰ ਚਲੋ ਇਹ ਵੀ ਪਤਾ ਚੱਲਦਾ ਹੈ। ਨੰਬਰ ਇੱਕ ਅਤੇ ਦੂਸਰੀ ਗੱਲ ਇਹ ਹੈ ਕਿ ਇਮਾਮ ਸਾਹਿਬ ਨੇ ਜਿਵੇਂ ਵੀ ਸਲਾਮ ਫੇਰਿਆ ਨਾ ਅਤੇ ਅੱਧੇ ਤੋਂ ਜ਼ਿਆਦਾ ਬੰਦੇ ਉੱਠ ਕੇ ਪੈਰ ਪਚਕਦੇ ਨੇ ਨਾਲ ਹੀ। ਉਹ ਇਸ ਤਰ੍ਹਾਂ ਜਾ ਰਹੇ ਹੁੰਦੇ ਨੇ ਜਿਸ ਤਰ੍ਹਾਂ ਕਿਸੇ ਨੇ ਉਹ ਇਹਨਾਂ ਨੂੰ ਕੈਦ ਕੀਤਾ ਹੋਇਆ ਸੀ ਅਤੇ ਯਕਦਮ ਇਹ ਕੈਦ 'ਚ ਉੱਠ ਕੇ ਨੱਸ ਰਹੇ ਨੇ। ਕਿਹੜੀ ਤੁਹਾਨੂੰ ਇਤਨੀ ਜਲਦੀ ਹੈ ਜਾਂ ਅੱਗ ਲੱਗੀ ਹੁੰਦੀ ਹੈ ਪਿੱਛੇ ਜਿਹੜੇ ਤੁਸੀਂ ਜਾ ਕਰਕੇ ਬੁਝਾਉਣੀ ਹੁੰਦੀ ਹੈ। ਕਮ ਸੇ ਕਮ 2 ਮਿੰਟ ਉੱਥੇ ਬਹਿ ਕਰਕੇ ਇਮਾਮ ਮਸਜਿਦ ਨਾਲ ਤੁਸੀਂ ਦੁਆ ਤੇ ਕਰਵਾ ਲਿਆ ਕਰੋ ਨਾ। ਇਤਨੇ ਬੰਦਿਆਂ ਕਿ ਪਤਾ ਅੱਲਾਹ ਪਾਕ ਕਿਸੇ ਦੀ ਦੁਆ ਕਬੂਲ ਕਰ ਲੈਣ ਅਤੇ ਕੋਈ ਪਰੇਸ਼ਾਨੀਆਂ ਕੋਈ ਮੁਸੀਬਤਾਂ ਕੋਈ ਤੁਹਾਡੀ ਕਮੀ ਆ ਜਾਏ ਜਾਂ ਤੁਹਾਡੀ ਜਿਹੜੀ ਉਹ ਅੱਗ ਲੱਗੀ ਹੋਈ ਹੈ ਉਹ ਅੱਗ ਬੁਝ ਜਾਏ। ਬਾਕੀ ਕਿਹੜੀ ਜਲਦੀ ਹੁੰਦੀ ਹੈ ਕਿ ਤੁਸੀਂ ਨਾ ਬਾਕੀ ਦੀ ਪੂਰੀ ਨਮਾਜ਼ ਨਾ ਕੁਝ ਉਹ ਤਾਂ ਅੱਲਾ ਬਿਹਤਰ ਜਾਣਦਾ ਜਿਸ ਦੇ ਜੋ ਹਾਲਾਤ ਹਨ। ਅਸੀਂ ਤਾਂ ਕਿਸੇ ਨੂੰ ਇਸ ਬਾਰੇ ਕੋਈ ਗੱਲ ਨਹੀਂ ਕਰਨੀ, ਬਸ ਗੱਲਾਂ ਇਹ ਹੀ ਹਨ ਕਿ ਕਮ ਸੇ ਕਮ ਰੁਕ ਜਾਇਆ ਕਰੋ ਥੋੜ੍ਹੀ ਦੇਰ ਵਾਸਤੇ ਦੁਆ ਤਾਂ ਮੰਗ ਲਿਆ ਕਰੋ ਨਾ। ਅਤੇ ਇਹ ਗੱਲ ਹੋਰ ਹੈ ਸਾਡੇ ਬੜੇ ਜਿਹੜੇ ਹਨ ਜਾਂ ਲੜਕੇ ਜੋ ਵੀ ਤੁਸੀਂ ਕਹਿ ਲਓ ਇੱਥੇ ਸ਼ਹਿਰਾਂ ਵਿੱਚ ਖਾਸ ਕਰ ਦੇਖਿਆ ਜਾਂਦਾ ਹੈ ਕਿ ਇੱਥੇ ਨਾ ਉਹ ਨਮਾਜ਼ ਦੇ ਟਾਈਮ ਦੇ ਨਾਲ ਨਾ ਨਮਾਜ਼ ਜਨਾਜ਼ਾ ਵੀ ਕਰਾ ਦਿੰਦੇ ਨੇ ਕਿ ਚਲੋ ਇਮਾਮ ਹੋਏਗੀ ਅਤੇ ਨਾਲ ਜਨਾਜ਼ਾ ਵੀ ਹੋ ਜਾਏਗਾ, ਚਲੋ ਇਸੇ ਬਹਾਨੇ ਸਾਰੇ ਹੋ ਜਾਣਗੇ। ਅਤੇ ਅਕਸਰੀਅਤ ਬਾਹਰ ਖੜ੍ਹੀ ਹੋਏਗੀ ਜਿਹੜੀ ਨਮਾਜ਼ ਦੇ ਵਿੱਚ ਸ਼ਾਮਿਲ ਨਹੀਂ ਹੁੰਦੀ, ਉਹ ਸਿਰਫ ਜਨਾਜ਼ੇ ਲਈ ਹੁੰਦੀ ਹੈ। ਉਹਨਾਂ ਨੂੰ ਨਮਾਜ਼ ਨਾਲ ਅੰਦਰ ਬਾਜਮਾਤ ਨਮਾਜ਼ ਅਦਾ ਹੋ ਰਹੀ ਹੈ ਅਤੇ ਅੱਧੇ ਤੋਂ ਜ਼ਿਆਦਾ ਤਕਰੀਬਨ 80% ਆਵਾਮ ਬਾਹਰ ਖੜ੍ਹੀ ਹੁੰਦੀ ਹੈ ਕਿ ਉਹ ਨਮਾਜ਼ ਖ਼ਤਮ ਹੋਵੇ ਜਨਾਜ਼ਾ ਪੜ੍ਹਾਵਣ ਅਤੇ ਸਿਰਫ ਜਨਾਜ਼ੇ ਸ਼ਾਮਿਲ ਹੋ ਕਰਕੇ ਉਹ ਉਹਨਾਂ ਨੂੰ ਜਿਨ੍ਹਾਂ ਦੀ ਫੌਤਗੀ ਹੋਈ ਹੈ ਬਸ ਉਹਨਾਂ ਨੂੰ ਆਪਣਾ ਮੂੰਹ ਦਿਖਾਉਣ ਅਤੇ ਚਲੇ ਜਾਣ। ਇਹ ਕਿਹੜੀ ਗੱਲ ਹੋਈ ਯਾਰ। ਜਿਹੜੀ ਦੂਸਰੀ ਫਰਜ਼ ਨਮਾਜ਼ ਹੈ ਉਹ ਤੁਹਾਨੂੰ ਯਾਦ ਨਹੀਂ, ਉਹ ਤੁਸੀਂ ਭੁੱਲੇ ਹੋਏ ਹੋ ਅਤੇ ਤੁਸੀਂ ਬਾਕੀ ਉਹ ਦੂਸਰੇ ਵਿੱਚ ਜਾ ਕਰਕੇ ਤੁਸੀਂ ਨਮਾਜ਼ ਜਨਾਜ਼ਾ ਅਦਾ ਕਰ ਰਹੇ ਹੋ ਉਹ ਵੀ ਸਿਰਫ ਦਿਖਾਉਣ ਲਈ ਉਹਨਾਂ ਲੋਕਾਂ ਨੂੰ ਕਿ ਜਿਨ੍ਹਾਂ ਦਾ ਉਹ ਇਸ ਦੁਨੀਆ ਤੋਂ ਜਾ ਰਿਹਾ ਹੈ। ਥੋੜ੍ਹਾ ਨਹੀਂ ਪੂਰਾ ਖਿਆਲ ਕਰੋ, ਸੋਚੋ ਇਸ ਬਾਰੇ। ਆਇਆ ਕੱਲ੍ਹ ਨੂੰ ਇਹ ਵੇਖੋ ਵਿਖਾਈ ਕੰਮ ਨਹੀਂ ਆਉਣੀ ਤੁਹਾਡੀ ਜਿਹੜਾ ਤੁਸੀਂ ਸਿਰਫ ਉਹ ਵਿਖਾਉਣ ਵਾਸਤੇ ਕਰਦੇ ਹੋ ਜਾਂ ਸਾਰਾ ਕੁਝ ਕਰਦੇ ਹੋ। ਅਸਲ ਗੱਲ ਤਾਂ ਦੂਸਰੀ ਹੈ ਨਾ। ਅੱਲਾ ਰੱਬੁਲ ਇੱਜ਼ਤ ਬਾਕੀ ਦਿਲਾਂ ਦੇ ਹਾਲ ਜਾਂ ਹਰ ਚੀਜ਼ ਉਹ ਅੱਛੇ ਨਾਲ ਦੇਖ ਰਹੀ ਹੈ, ਜਾਣਨ ਵਾਲਾ ਸਾਰਾ ਕੁਝ ਹੈ, ਪਰ ਤੁਸੀਂ ਵੀ ਤਾਂ ਕੁਝ ਖਿਆਲ ਕਰੋ ਨਾ ਆਪਣੇ ਕੋਲੋਂ ਕਿ ਸਿਰਫ ਨਮਾਜ਼ ਜਨਾਜ਼ਾ 'ਚ ਸ਼ਾਮਿਲ ਹੋ ਜਾਣਾ ਉਹ ਵੀ ਸਿਰਫ ਉਹਨਾਂ ਨੂੰ ਦਿਖਾਉਣ ਵਾਸਤੇ ਜਿਨ੍ਹਾਂ ਦਾ ਬੰਦਾ ਅਜ਼ੀਅਤ ਵਾਸਤੇ ਤੁਸੀਂ ਆਏ ਹੋਏ ਹੋ ਅਤੇ ਉਸ ਰੱਬ ਤੁਹਾਨੂੰ ਯਾਦ ਨਹੀਂ ਹੈ ਜਿਹਦੇ ਦਰਵਾਜ਼ੇ ਉੱਪਰ ਖੜ੍ਹੇ ਹੋ ਕਰਕੇ ਅੰਦਰ ਬਾਜਮਾਤ ਨਮਾਜ਼ ਅਦਾ ਹੋ ਰਹੀ ਹੈ, ਤੁਸੀਂ ਉਹਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਲਿਹਾਜ਼ਾ ਬਸ ਦੁਆ ਹੀ ਹੈ ਕਿ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਸਾਨੂੰ ਹਿਦਾਇਤ ਦੇਵੇ, ਸਾਨੂੰ ਰਾਹ ਹਿਦਾਇਤ 'ਤੇ ਲਾਵੇ ਕਿ ਸਿੱਧੇ ਪਾਸੇ ਸਾਨੂੰ ਲੈ ਕੇ ਜਾਵੇ। ਅਤੇ ਬਾਕੀ ਦੂਸਰੇ ਅੱਜ ਜੁਮਾ ਮੁਬਾਰਕ ਅਤੇ ਦੂਸਰੇ ਦੋਸਤ ਅਹਿਬਾਬ ਨਾਲ ਗੁਜ਼ਾਰਿਸ਼ ਹੈ ਕਿ ਚਲੋ ਬਾਕੀ ਤੁਸੀਂ ਨਮਾਜ਼ ਪੂਰੀ ਨਹੀਂ ਪੜ੍ਹਨੀ, ਤੁਸੀਂ ਸਿਰਫ ਦੋ ਫਰਜ਼ ਜੁਮੇ ਦੇ ਵੀ ਉਹ ਹਲੇ ਦੁਆ ਅਦਾ ਕਰਨ ਆਏ ਹੋਏ ਹੋ ਅਤੇ ਮਿਹਰਬਾਨੀ ਕਰਕੇ ਦੁਆ ਵੀ ਸ਼ਾਮਿਲ ਹੋ ਜਾਇਆ ਕਰੋ ਅਤੇ ਦੁਆ ਵੀ ਮੰਗ ਲਈ ਕਰੋ। ਅੱਲਾ ਪਾਕ ਦੀ ਜ਼ਾਤ ਤੁਹਾਡੀਆਂ ਉਹ ਜਿਹੜੀ ਜਲਦੀਆਂ 'ਚ ਤੁਸੀਂ ਹੁੰਦੇ ਹੋ ਨਾ ਉਹ ਤੁਹਾਡੀ ਸਾਰੀ ਮੁਰਾਦਾਂ ਪੂਰੀਆਂ ਕਰੇ ਅਤੇ ਹਰ ਸ਼ੈ ਖੈਰ ਹੋਵੇ। ਅੱਜ ਦੀ ਬਸ ਇਤਨੀ ਹੈ, ਮਿਹਰਬਾਨੀ।